Apna Punjab. Today is the first day after COVID-19 we are on air in this program. I must pay tribute to the 5.1 million New Zealanders who fought a war against the COVID-19 and won. We are the first nation in the world who won this war. I pay tribute to Right Honourable Jacinda Ardern, the leaders of the opposition, especially those who came out with everything and they contributed to our country to make us proud of them. I salute them. I salute the 5.1 million people. You are great. You prove to be an organized nation. ये तो मैं प्रोग्राम शुरू च इस वास्ते आख्या कि सारे लोग भी सुन सकन पर अज का प्रोग्राम मैं खास तौर पर जो ऑर्गेनाइज किया है वो मेरे दोस्त ने खड़क सिंह साहब उन्होंने वास्ते इन्होंने जी कम्यूनिटी की खिदमत की है तो न्यूजीलैंडर्स की खिदमत की है उन्होंने रिकगनाइज करने वास्ते अज उन्होंने उत्थे इस तकलीफ दी है तो सानू पूरी उम्मीद है कि तुसी भी उन्होंने मिल के बहुत खुश होगे हालांकि मैंने पता है कि असी सारे इन्होंने जानते हैं पर कुछ ऐसे भी होंगे जोड़े नहीं जानते मेरे नाल ने खड़क सिंह साहब वेलकम टू द शो सर ਸਤਿ ਸ਼੍ਰੀ ਅਕਾਲ ਜੀ ਰੂਪ ਜੀ ਸਭ ਤੋਂ ਪਹਿਲਾਂ ਥੈਂਕਸ ਫॉर ਹੈਵਿੰਗ ਮੀ ਔਨ ਆਪਣਾ ਟੀਵੀ ਗੋਡ ਬlesਸ ਯੂ ਐਂਡ ਵਿਦ ਦਿਸ COVID-19 ਗੋਡ ਬlesਸ ਨਿਊਜ਼ੀਲੈਂਡ ਖੜਕ ਸਿੰਘ ਸਾਹਿਬ 1986 ਵਿੱਚ ਨਿਊਜ਼ੀਲੈਂਡ ਤਸ਼ਰੀਫ ਲਿਆਏ ਤੇ ਇਹਨਾਂ ਨੇ ਆਪਣਾ ਕਾਰੋਬਾਰ ਇੱਥੇ ਸ਼ੁਰੂ ਕੀਤਾ ਉਹਦੇ ਨਾਲ ਨਾਲ ਇੱਕ ਕਮਿਊਨਿਟੀ ਸਰਵਿਸ ਵੀ ਕਰਦੇ ਰਹੇ ਤੇ ਤੁਸੀਂ ਇਹ ਦੱਸੋ ਕਿ ਕਿੱਦਾਂ ਆਉਣਾ ਹੋਇਆ ਫਿਰ ਨਿਊਜ਼ੀਲੈਂਡ ਹਾਂਜੀ ਖਾਨ ਸਾਹਿਬ ਸਭ ਤੋਂ ਪਹਿਲਾਂ ਮੈਂ ਸਟੂਡੈਂਟ ਸੀਗਾ ਉਦੋਂ ਫਾਈਨਲ ਸਮੈਸਟਰ ਲਾਅ ਕਰ ਰਿਹਾ ਸੀ ਮੈਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਉਸ ਸਮੇਂ ਥੋੜ੍ਹਾ ਜਿਹਾ ਮਾਹੌਲ ਖਰਾਬ ਸੀ ਪੰਜਾਬ ਦਾ 1984 ਦੇ ਸਿਨਾਰੀਓਜ਼ ਦੇ ਵਿੱਚ ਉਸ ਸਮੇਂ ਮੈਂ ਉੱਥੇ ਪੋਲੀਟਿਕਸ ਵਿੱਚ ਸੀਗਾ ਸਟੂਡੈਂਟ ਲੀਡਰ ਸੀਗਾ ਸੋ ਮੌਕਾ ਬਣਿਆ ਨਿਊਜ਼ੀਲੈਂਡ ਦਾ ਦੋਸਤ ਮਿੱਤਰਾਂ ਨੇ ਕਿਹਾ ਵੀ ਨਿਊਜ਼ੀਲੈਂਡ ਦੋਸਤ ਸੀਗੇ ਇੱਥੇ ਉਹਨਾਂ ਨੇ ਕਿਹਾ ਬਈ ਗੁੱਡ ਕੰਟਰੀ ਹੈ ਤੁਸੀਂ ਆ ਜਾਓ ਸੋ ਉਹਨਾਂ ਦਾ ਕਹਿਣਾ ਮੰਨਦੇ ਹੋਏ ਜਿਵੇਂ ਫਿਰ ਤੁਸੀਂ ਐਸਟੈਬਲਿਸ਼ ਕਿੱਦਾਂ ਹੋਏ ਇੱਥੇ ਆ ਕੇ ਕਿ ਹਾਊ ਡਿਡ ਯੂ ਸਟਾਰਟ ਡਿਡ ਯੂ ਕੰਪਲੀਟ ਯੂਰ ਲਾਅ ਡਿਗਰੀ ਉੱਥੇ ਕੰਪਲੀਟ ਕਰਕੇ ਆਏ ਸੀਗੇ ਨਹੀਂ ਮੇਰਾ ਲਾਸਟ ਸਮੈਸਟਰ ਰਹਿ ਗਿਆ ਸੀਗਾ ਹਲੇ ਵੀ ਉਹ ਵਿੱਚ ਹੀ ਰਹਿ ਗਿਆ ਸੀਗਾ ਹਾਂ ਤੇ ਫਿਰ ਜਦੋਂ ਅਸੀਂ ਕਿਸੇ ਨਵੇਂ ਮੁਲਕ ਜਾਂਦੇ ਹਾਂ ਜੀ ਉਹ ਸਾਡਾ ਬਹੁਤ ਬੜਾ ਚੈਲੰਜ ਹੁੰਦਾ ਹੈ ਸਾਰਾ ਮਾਹੌਲ ਚੇਂਜ ਹੋ ਜਾਂਦਾ ਹੈ ਜੀ ਸਾਰੇ ਹਾਲਾਤ ਚੇਂਜ ਹੋ ਜਾਂਦੇ ਨੇ ਜੀ ਤੁਹਾਡੀ ਆਪਣੀ ਸੋਚ ਜਿਹੜੀ ਉਹ ਬਦਲ ਜਾਂਦੀ ਹੈ ਜੀ ਤੇ ਐਡਜਸਟ ਕਰਨ ਤੁਹਾਨੂੰ ਕਿੰਨਾ ਕੁ ਔਖਾ ਲੱਗਿਆ ਇੱਥੇ ਆ ਕੇ ਮੈਨੂੰ ਕੋਈ ਔਖਾ ਨਹੀਂ ਲੱਗਿਆ ਚੈਲੰਜਸ ਹਮੇਸ਼ਾ ਲਾਈਫ ਦੇ ਵਿੱਚ ਐਕਸੈਪਟ ਕੀਤੇ ਰਹੇ ਤੁਹਾਨੂੰ ਇਹ ਜਾਣ ਕੇ ਇੱਕ ਹੋਏਗਾ ਮੇਰੇ ਫਾਦਰ ਸਾਹਿਬ ਪਾਕਿਸਤਾਨ ਦੇ ਬੋਰਨ ਨੇ ਅਤੇ ਜਦੋਂ ਅਸੀਂ ਉੱਥੋਂ ਇੱਧਰ ਨੂੰ ਆਏ ਉਹ ਵੀ ਚੈਲੰਜ ਸੀਗਾ ਅਤੇ ਇੰਡੀਆ ਦੇ ਵਿੱਚ ਆ ਕੇ ਨਵੀਂ ਸ਼ੁਰੂਆਤ ਕੀਤੀ ਅਤੇ ਫਿਰ ਉੱਥੋਂ ਇੱਥੇ ਨੂੰ ਆਏ ਉਹ ਵੀ ਇੱਕ ਬਹੁਤ ਵੱਡਾ ਚੈਲੰਜ ਸੀਗਾ ਦੋ ਮਾਈਗ੍ਰੇਸ਼ਨ ਕਰ ਲਈਆਂ ਦੋ ਮਾਈਗ੍ਰੇਸ਼ਨਸ ਹੋ ਚੁੱਕੀਆਂ ਲੇਕਿਨ ਚੈਲੰਜਸ ਨੂੰ ਐਕਸੈਪਟ ਕਰਨਾ ਆਪਣੇ ਸਿੱਖ ਧਰਮ ਦੇ ਵਿੱਚ ਇੱਕ ਲਫ਼ਜ਼ ਦਿੱਤਾ ਸਾਨੂੰ ਗੁਰੂ ਸਾਹਿਬ ਨੇ ਚੜ੍ਹਦੀ ਕਲਾ ਅਤੇ ਹਮੇਸ਼ਾ ਜਿਹੜੀ ਉਹ ਸਪਿਰਿਟ ਆਫ ਦਾ ਮਾਈਂਡ ਹੈ ਚਾਹੇ ਉਹ ਕਿਹੀ ਜਿਹੀ ਵੀ ਸਰਕਮਸਟੈਂਸਿਸ ਹੋਣ ਤੁਹਾਡੀ ਜਿਹੜੀ ਸਪਿਰਿਟ ਹੈ ਉਹ ਜੇ ਹਾਈ ਹੋਵੇ ਆਈ ਥਿੰਕ ਅਸੀਂ ਕਿਸੇ ਚੀਜ਼ ਨੂੰ ਵੀ ਕਾਂਕਰ ਕਰ ਸਕਦੇ ਯੂ ਕੈਨ ਅਚੀਵ ਐਨੀਥਿੰਗ ਦੈਟ ਇਜ਼ ਟਰੂ ਵਿਲ ਟੇਕ ਅ ਬ੍ਰੇਕ ਐਂਡ ਵਿਲ ਸੀ ਯੂ ਇਨ ਫਿਊ ਸੈਕਿੰਡਸ ਪਲੀਜ਼ stay with us. ਖੜਕ ਸਿੰਘ ਸਾਹਿਬ ਤੁਸੀਂ ਪੋਲੀਟਿਕਸ ਵੀ ਆ ਗਏ ਜੀ ਤੇ ਲੇਕਿਨ ਉਸ ਤੋਂ ਪਹਿਲਾਂ ਤੁਸੀਂ ਜਿਸ ਤਰ੍ਹਾਂ ਕਮਿਊਨਿਟੀ ਦੀ ਸਰਵਿਸ ਕੀਤੀ ਜੀ what made it possible to you to think that you should go for politics? ਤੁਸੀਂ ਪਹਿਲਾਂ ਸ਼ੁਰੂਆਤ ਕੀਤਾ ਸੀ ਮੈਨੂੰ ਸੈਟਲ ਹੋਇਆ ਮੈਂ ਸੈਟਲ ਹੋਇਆ ਫਿਰ ਮੈਂ ਆਪਣੇ ਬਿਜ਼ਨਸ ਦੇ ਵਿੱਚ ਆਇਆ ਨਿਊਜ਼ੀਲੈਂਡ ਇਸ ਧਰਤੀ ਨੇ ਸਾਨੂੰ ਇੰਨਾ ਕੁਛ ਦਿੱਤਾ ਉਸ ਨੇ ਇਹ ਸੋਚ ਬਣਾਈ ਕਿ ਹੁਣ ਸਾਡਾ ਟਾਈਮ ਹੈ ਇਹਨਾਂ ਨੂੰ ਵਾਪਸ ਕੁਛ ਦਈਏ ਸੋ ਵਟ ਨਿਊਜ਼ੀਲੈਂਡ ਗੇਵ ਅਸ ਇਟਸ ਟਾਈਮ ਫॉर ਅਸ ਟੂ ਗਿਵ ਇਟ ਬੈਕ ਟੂ ਨਿਊਜ਼ੀਲੈਂਡ ਸੋ ਦੈਟ ਇਜ਼ ਮਾਈ ਲੋਗੋ ਔਰ ਵਟ ਆਈ ਬਿਲੀਵ ਇਨ ਅਤੇ ਇਸ ਕਰਕੇ ਜਿਵੇਂ ਹੁਣ ਤੁਸੀਂ ਦੱਸਿਆ ਵੀ ਉਸ ਤੋਂ ਕਰਦੇ ਕਰਦੇ ਸੋਸ਼ਲ ਕੰਮ ਦੇ ਵਿੱਚ ਕਿਵੇਂ ਆਇਆ ਉੱਪਰ ਵਾਲੇ ਨੇ ਜਿਵੇਂ ਸੇਵਾ ਦੇਣੀ ਹੁੰਦੀ ਹੈ ਕਿਸੇ ਦਾ ਬੱਚਾ
ਕੋਈ ਟ੍ਰੈਜਡੀ ਦੇ ਵਿੱਚ ਇੱਥੇ ਰਹਿ ਜਾਂਦਾ, ਉਹਨਾਂ ਦੇ ਮਾਪਿਓ ਪਿੱਛੇ ਬੜੇ ਤੜਫਦੇ ਨੇ। ਤੇ ਉਹ ਸੋਚ ਮੇਰੀ ਵੀ ਇਦਾਂ ਹੀ ਸੀ, ਜਦੋਂ ਅਸੀਂ ਆਏ ਸੀ ਅਸੀਂ ਵੀ ਐਂ ਸੋਚਦੇ ਸੀ ਵੀ ਸਾਨੂੰ ਵੀ ਕੋਈ ਹੱਥ ਬਾਂਹ ਫੜ ਲਵੇ ਸਾਡੀ ਤੇ ਸਾਨੂੰ ਉੱਪਰ ਤੱਕ ਲੈ ਜਾਵੇ। ਸੋ ਮੇਰੇ ਮਾਈਂਡ ਦੇ ਵਿੱਚ ਹਮੇਸ਼ਾ ਹੀ ਰਹਿੰਦਾ ਆ ਵੀ ਜਦੋਂ ਅਸੀਂ ਕਿਸੇ ਦੀ ਹੈਲਪ ਮੰਗਦੇ ਹਾਂ ਤਾਂ ਅਸੀਂ ਉਸੇ ਤਰੀਕੇ ਨਾਲ ਇਹ ਸੋਚੀਏ ਬਈ ਕੋਈ ਹਲੇ ਜੇ ਸਾਡੀ ਹੈਲਪ ਮੰਗਦਾ ਤਾਂ ਅਸੀਂ ਉਹਨਾਂ ਨੂੰ ਦੇਵਾਂ ਤੇ ਉਹਨਾਂ ਨੂੰ ਕਿਵੇਂ ਖੁਸ਼ੀ ਮਹਿਸੂਸ ਹੋਏਗੀ। ਸੋ ਉਸ ਦਾਇਰੇ ਦੇ ਵਿੱਚ ਚੱਲਦੇ ਚੱਲਦੇ ਮੈਂ ਜਿਹੜੇ ਦੁਖਾਂਤ ਦੇ ਟਫੈਸਟ ਕੇਸਿਸ ਸੀਗੇ ਉਸ ਦੇ ਵਿੱਚ ਮੈਂ ਹਿੱਸਾ ਲਿੱਤਾ। ਉਹ ਲੈਂਦਾ ਗਿਆ, ਆਪਾਂ ਉੱਪਰ ਵਾਲੇ ਨੇ ਬਾਂਹ ਫੜੀ ਤੇ ਜਿਉਂ-ਜਿਉਂ ਅੱਗੇ ਵੱਧਦਾ ਗਿਆ, ਕਹਿੰਦੇ ਹੁੰਦੇ ਨਾ ਚੰਗੇ ਕੰਮ ਲਈ ਤੁਸੀਂ ਕੋਈ ਵੀ ਸ਼ੁਰੂਆਤ ਕਰ ਲਓ, ਉੱਪਰ ਵਾਲਾ ਤੁਹਾਡਾ ਸਾਥ ਆਪੇ ਹੀ ਦੇ ਦਿੰਦਾ, ਰਸਤਾ ਆਪੇ ਹੀ ਬਣਾ ਦਿੰਦਾ। ਸੱਚੀ ਗੱਲ। ਤੇ ਉਹ ਬਣਦਾ ਗਿਆ ਤੇ ਉਸ ਦੇ ਨਾਲ ਚੱਲਦੇ ਫਿਰ ਮੇਰੇ ਮਨ ਦੇ ਵਿੱਚ ਇਹ ਆਇਆ ਵੀ ਆਪਣੀ ਕਮਿਊਨਿਟੀ ਹੁਣ ਕਾਫੀ ਵੱਡੀ ਹੋ ਚੁੱਕੀ ਹੈ ਤੇ ਆਪਣੀ ਰਿਪਰੈਜ਼ੈਂਟੇਸ਼ਨ ਉਨੀ ਨਹੀਂ ਹੈ। ਜਾਂ ਮੇਰੇ ਮਨ ਦੇ ਵਿੱਚ ਇਹ ਵੀ ਰਿਹਾ ਵੀ ਸਾਨੂੰ ਕੁਆਲਿਟੀ ਲੀਡਰਸ ਅੱਗੇ ਲਿਆਉਣੇ ਚਾਹੀਦੇ ਹੈ ਤੇ ਉਹ ਉਦੋਂ ਹੀ ਆਉਣਗੇ ਜੇ ਜੇ ਤੁਸੀਂ ਘਰੇ ਬੈਠੇ ਰਹੋਗੇ ਫਿਰ ਓਬਵੀਅਸਲੀ ਕੌਣ ਜਾਏਗਾ। ਕੁਆਲਿਟੀ ਲੀਡਰ ਦਾ ਕੀ ਮਤਲਬ ਹੈ ਤੁਹਾਡਾ? ਕਿ ਕੁਆਲਿਟੀ ਲੀਡਰ, ਵਾਟ ਕੁਆਲਿਟੀ ਡੂ ਯੂ ਐਕਸਪੈਕਟ? ਕੁਆਲਿਟੀ ਐਕਸਪੈਕਟ ਮੈਂ ਇਹ ਕਰਦਾ ਵੀ ਆਪਣੇ ਲੋਕਾਂ ਦੀ ਜਿਹੜੀ ਰਿਪਰੈਜ਼ੈਂਟੇਸ਼ਨ ਹੈ ਨਾ, ਉਹ ਉਸ ਟਾਈਮ ਜਦੋਂ ਹੁਣ ਫੋਰ ਐਗਜ਼ਾਮਪਲ ਜੇ ਕੋਈ ਬੰਦਾ ਇੱਥੇ ਦੁਖਾਂਤ ਦੀ ਘੜੀ ਦੇ ਵਿੱਚ ਟ੍ਰੈਜਡੀ ਦੇ ਵਿੱਚ ਆ ਗਿਆ ਬੰਦਾ, ਸਪੋਜ਼ ਕਰੋ ਆਈ ਗਿਵ ਯੂ ਐਗਜ਼ਾਮਪਲ ਵੀ somebody died in accident or somebody has passed away, ਉਹ ਜਿਹੜੇ ਲੀਡਰਸ ਆਪਣੇ ਹੈਗੇ ਸੋ ਕਾਲਡ ਮੀਨਸ ਆਈ ਡੋਂਟ ਵਾਂਟ ਟੂ ਯੂਜ਼ them as a word ਕਿ ਡਿਰੋਗੇਟਰੀ ਵਰਡ ਨਹੀਂ ਕਰ ਰਿਹਾ ਮੈਂ, ਉਹ ਇਹ ਕਹਿ ਰਿਹਾ ਮੈਂ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ, ਉਹਨਾਂ ਨੂੰ ਉਸ ਪਰਿਵਾਰ ਦੇ ਨਾਲ ਰਾਬਤਾ ਬਣਾ ਕੇ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ। ਇਸੇ ਤਰੀਕੇ ਦੇ ਨਾਲ ਕੋਈ ਵੀ ਦੁਖਾਂਤ ਆਵੇ ਕਮਿਊਨਿਟੀ ਤੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ। ਮੈਨੂੰ ਇਹ ਮਹਿਸੂਸ ਹੁੰਦਾ ਵੀ ਉਹ ਆਉਂਦੇ ਨਹੀਂ। ਦੈਟਸ ਤੁਹਾਡਾ ਇਹ ਖਿਆਲ ਹੈਗਾ? ਹਾਂਜੀ। ਲੇਕਿਨ ਸੂਰਤ ਹਾਲ ਇਸ ਤਰ੍ਹਾਂ ਵੀ ਹੈਗੀ ਆ ਜੀ ਕਿ ਸਾਡੇ ਬੰਦੇ ਇਲੈਕਟਡ ਨਹੀਂ ਹੈਗੇ ਜੀ, ਸਾਡੇ ਬੰਦੇ ਜਿਹੜੇ ਨੇ ਉਹ ਅਪਾਇੰਟਡ ਨੇ ਜਾਂ ਲਿਸਟ ਨੇ, ਜਾਂ ਜੀ ਅਸੀਂ ਕੀ ਕਰ ਸਕਦੇ ਹਾਂ ਕਿ ਅਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਐਕਸਪੋਜ਼ ਕਰੀਏ ਕਿ ਅਸੀਂ ਪ੍ਰੋਪਰਲੀ ਕਿਸੇ ਇਲੈਕਟੋਰੇਟ ਨੂੰ ਰਿਪਰੈਜ਼ੈਂਟ ਕਰੀਏ। ਦ ਮੋਸਟ ਇੰਪੋਰਟੈਂਟ ਜਿਹੜੀ ਹੈ ਸੀ ਇਲੈਕਟੋਰੇਟ, ਉਹ ਈਸਟ ਅਮਰੀਕਾ ਦੀ ਇਲੈਕਟੋਰੇਟ ਜੀ, ਬੋਟਨੀ ਦੀ ਇਲੈਕਟੋਰੇਟ ਜੀ, ਜਿੱਥੇ ਸਾਡੀ ਮੈਜੋਰਿਟੀ ਲੋਕਾਂ ਦੀ ਹੈਗੀ ਆ, ਜੀ, ਉੱਥੇ ਵੀ ਸ਼ੁੱਡ ਰਿਪਰੈਜ਼ੈਂਟ ਦੋਜ਼ ਪੀਪਲ। ਜੀ ਸਾਡੀ ਕੀ ਕਮੀ ਹੈ ਕਿ ਅਸੀਂ ਉਹ ਨਹੀਂ ਕਰ ਸਕਦੇ? ਵਾਈ? ਮੇਰੇ ਹਿਸਾਬ ਦੇ ਨਾਲ ਆਪਾਂ ਜੀ ਵੋਟ ਹੀ ਨਹੀਂ ਪਾਉਂਦੇ। ਅੱਛਾ। ਜਿਹੜਾ ਆਪਣਾ ਸਭ ਤੋਂ ਵੱਡਾ ਰਾਈਟ ਜੇ ਤੁਸੀਂ ਦੇਖਿਆ ਜਾਵੇ ਆਪਣੀ ਡੈਮੋਕ੍ਰੇਸੀ ਦੇ ਵਿੱਚ ਪਾਵਰਫੁਲ ਜਿਹੜੀ ਐਲੀਮੈਂਟ ਤੁਹਾਡੇ ਕੋਲ ਹੈਗਾ ਉਹ ਤੁਹਾਡਾ ਵੋਟ ਦਾ ਹੈ। ਜੇ ਹੁਣ ਤੁਸੀਂ ਵੋਟ ਨਹੀਂ ਇਖਤਿਆਰ ਕਰੋਗੇ ਤੁਸੀਂ ਉੱਥੇ ਪਹੁੰਚੋਗੇ ਕਿਵੇਂ? ਜੇ ਤੁਸੀਂ ਵੋਟ ਪਾਓਗੇ ਕਿਸੇ ਨੂੰ ਪਾ ਦਿਓ, ਪਾ ਕੇ ਜਦੋਂ ਬੰਦਾ ਉਸ ਟੇਬਲ ਤੇ ਬੈਠਣ ਜੋਗਾ ਤਾਂ ਹੋਵੇ ਜਿੱਥੇ ਡਿਸੀਜਨ ਮੇਕਿੰਗ ਹੁੰਦੀ ਹੈ। ਅਦਰਵਾਈਜ਼ ਮੇਰਾ ਇਹ ਮੰਨਣਾ ਵੀ ਬਾਹਰੋਂ ਖੜ ਕੇ ਦਰਵਾਜ਼ੇ ਦੇ ਬਾਹਰ ਬੰਦ ਕਰਕੇ ਰੌਲਾ ਪਾਉਣ ਦਾ ਕੋਈ ਫਾਇਦਾ ਹੀ ਨਹੀਂ ਹੈ। ਤੇ ਜਿੰਨਾ ਚਿਰ ਆਪਾਂ ਉਸ ਦਰਵਾਜ਼ੇ ਦੇ ਅੰਦਰ ਬੈਠ ਕੇ ਟੇਬਲ ਤੇ ਨਹੀਂ ਬੈਠਦੇ ਉਨਾ ਚਿਰ ਮੈਨੂੰ ਲੱਗਦਾ ਆਪਣੀ ਕਮਿਊਨਿਟੀ ਦੇ ਵਿੱਚ ਜਿਹੜਾ ਆਪਾਂ ਚਾਹੁੰਦੇ ਹਾਂ ਕਿਸੇ ਵੀ ਸਿਨਾਰੀਓ 'ਚ ਲਾ ਲਓ ਤੁਸੀਂ, ਇੰਡੀਅਨ ਜਾਂ ਕੀਵੀ ਸਟੱਕ ਇਨ ਇੰਡੀਆ ਲਾ ਲਓ, ਸਟੂਡੈਂਟ ਵੀਜ਼ੇਜ਼ ਲਾ ਲਓ, ਮੈਰਿਜਸ ਵਾਲੇ ਲਾ ਲਓ ਤੁਸੀਂ, ਕੌਂਸਲ ਦੇ ਵਿੱਚ ਮੈਂ ਤੁਹਾਡੇ ਨਾਲ ਗੱਲ ਕਰਦਾ ਆ ਰਿਹਾ ਸੀਗਾ ਵੀ ਆਪਾਂ ਇੰਡੀਅਨ ਕਮਿਊਨਿਟੀਜ਼ ਆਰ ਦ ਮੋਸਟ ਪ੍ਰੋਬਬਲੀ ਪ੍ਰੋਪਰਟੀ ਓਨਰਸ ਹੈਗੇ ਆਪਾਂ ਸਭ ਤੋਂ ਜ਼ਿਆਦਾ ਰੇਟਸ ਦਿੰਦੇ ਆ, ਰਾਈਟ। ਬਿਲੀਅਨਸ ਡਾਲਰ ਦਾ ਬਜਟ ਆ ਓਕਲੈਂਡ ਸਿਟੀ ਕੌਂਸਲ ਦਾ, ਤੇ ਵੱਡੀ ਇਲੈਕਸ਼ਨ ਦਾ ਹੁਣ ਆ ਰਹੀ ਹੈ ਤੁਹਾਡੇ ਸਾਹਮਣੇ ਸੈਪਟੈਂਬਰ ਦੇ ਵਿੱਚ ਆਣੀ ਹੈ। ਆਪਣੇ ਕੋਲ ਫਿਰ ਰਿਪਰੈਜ਼ੈਂਟੇਸ਼ਨ ਹੈ ਨਹੀਂ। ਪੈਸੀਫਿਕ ਕਮਿਊਨਿਟੀਜ਼ ਦੀ ਦੇਖ ਲਓ ਕਿੰਨੀ ਆ, 5 ਮਿਨਿਸਟਰ ਨੇ ਮੇਰਾ ਖਿਆਲ, ਤੇ ਉਹਨਾਂ ਦੇ 12 ਕਿ 13 MP ਨੇ, ਰਾਈਟ। ਤੇ ਆਪਣੀ ਕਮਿਊਨਿਟੀ ਦੇ ਵਿੱਚ 3 MP ਨੇ, ਉਹ ਤਿੰਨੇ ਹੀ ਲਿਸਟ ਨੇ, ਤੇ ਉਹਨਾਂ ਦੇ ਵਿੱਚ ਕੋਈ ਮੈਨੂੰ ਲੱਗਦਾ ਵੀ ਆਈ ਡੋਂਟ ਨੋ, ਜਿਵੇਂ ਤੁਸੀਂ ਦੱਸਿਆ ਉਹਨਾਂ ਕੋਲ ਪਾਵਰਸ ਹੈ ਕਿ ਨਹੀਂ ਹੈ ਇਹ ਤਾਂ ਉਹ ਦੱਸ ਪਾਣਗੇ। ਹਾਂ, ਲੇਕਿਨ ਜੋ ਕੁਛ ਉਹਨਾਂ ਦੀ ਪਰਫਾਰਮੈਂਸ ਹੈ ਉਤਨੀ ਵੀ ਅਸੀਂ ਐਕਸਪੈਕਟ ਕਰਨੇ, ਮਤਲਬ ਦੇ ਮੀਟ ਦ ਐਕਸਪੈਕਟੇਸ਼ਨਸ ਐਟ ਦ ਮੋਮੈਂਟ। ਹਾਂ ਬਿਲਕੁਲ, ਉਹ ਐਕਸਪੈਕਟੇਸ਼ਨ ਲੀਡਰਸ ਵੀ ਤੁਹਾਨੂੰ ਜਿਹੜੀਆਂ ਮੇਨ ਪਾਰਟੀਆਂ ਨੇ ਨਾ, ਤੁਸੀਂ ਪੋਲੀਟੀਕਲ ਸਟਰਕਚਰਾਂ ਦੇ ਵਿੱਚ ਰਹੇ ਹੋ, ਤੁਹਾਨੂੰ ਕੋਈ ਕੁਛ ਨਹੀਂ ਐਂ ਨਹੀਂ ਦੇਗਾ ਬੈਠ ਕੇ ਤੁਹਾਨੂੰ, ਜਿੰਨਾ ਚਿਰ ਤੁਸੀਂ ਆਵਾਜ਼ ਨਹੀਂ ਉਠਾਓਗੇ, ਸਟਰਗਲ ਨਹੀਂ ਕਰੋਗੇ, ਤੁਸੀਂ ਆਪਦੀ ਕਮਿਊਨਿਟੀ ਦੇ ਨਾਲ ਯੂਨਿਟੀ ਨਹੀਂ ਦਿਖਾਓਗੇ। ਹੁਣ ਆਈ ਮੀਨ ਮੇਰਾ ਐਕਸਪੀਰੀਅੰਸ ਹੈ ਉਹ ਪਾਰਟੀਆਂ ਦੇ ਵਿੱਚ, ਉਹਨਾਂ ਨੂੰ ਪਤਾ ਹੈ ਵੀ ਇਹਨਾਂ ਦੀ ਡਿਵੀਜ਼ਨ ਹੈ,
ਕਮਿਊਨਿਟੀਜ਼ ਦੀ, ਤੇ ਉਹ ਸਾਰਿਆਂ ਨੂੰ ਪਲੀਜ਼ ਕਰਕੇ ਰੱਖਦੇ ਆ, ਉਹਨਾਂ ਨੂੰ ਕੋਈ ਤੰਗ ਨਹੀਂ ਕਰਦਾ। ਸੋ ਓਬਵੀਅਸਲੀ ਉਹ ਸਾਰੇ ਪਾਸਿਓਂ ਫਾਇਦਾ ਲੈ ਜਾਂਦੇ ਨੇ। ਤੇ ਜਦੋਂ ਸਾਡੀ ਵਾਰੀ ਆਉਂਦੀ ਹੈ, ਕੋਈ ਚੀਜ਼ ਅਸੀਂ ਮੰਗਣਾ ਚਾਹੁੰਦੇ ਹਾਂ ਕਿਸੇ ਤੋਂ, ਉੱਥੇ ਫਿਰ ਸਾਨੂੰ, ਅਸੀਂ ਜਦੋਂ ਤੁਹਾਡੇ ਦਰਵਾਜ਼ੇ ਖੜਕਾਉਂਦੇ ਹਾਂ, ਸਾਡੇ ਜਿਹੜੇ MP ਨੇ, ਫਿਰ ਉੱਥੇ ਤੁਹਾਡੀ ਗੱਲ ਉਹ ਸਹੀ ਆ ਜਾਂਦੀ ਹੈ ਵੀ ਉਹਨਾਂ ਕੋਲ ਪਾਵਰ ਤੇ ਹੈ ਨਹੀਂ ਕੋਈ, ਉਹ ਲਿਸਟ ਦੇ ਨੇ, ਉਹ ਐਕਸਕਿਊਜ਼ ਬਣਾ ਲੈਂਦੇ ਆ ਵੀ ਸਿਰਫ ਈਮੇਲ ਤੱਕ ਰਹਿ ਜਾਂਦਾ ਜਾਂ ਇੱਕ ਲੈਟਰ ਤੱਕ ਰਹਿ ਜਾਂਦਾ ਹੈ। ਉਹਦੇ ਵਿੱਚ ਜੇ ਤੁਸੀਂ ਉਹਨਾਂ ਨੂੰ ਪੁੱਛੋ ਵੀ ਕੋਈ ਜਵਾਬ ਦਿਓ, 2 ਮਹੀਨੇ ਲੱਗ ਜਾਂਦੇ ਆ, ਕੋਈ ਜਵਾਬ ਨਹੀਂ ਆਉਂਦਾ। We'll take a break here and we'll see you in a few seconds. Please stay with us. Don't leave us, please. Welcome back. ਇਹ ਪ੍ਰੋਗਰਾਮ ਅਸੀਂ ਸਿਆਸੀ ਗੱਲਾਂ ਵਾਸਤੇ ਨਹੀਂ ਕਰਦੇ, ਲੇਕਿਨ ਜੇ ਤੁਹਾਨੂੰ ਸਾਡੀ ਐਡਮਿਨਿਸਟ੍ਰੇਸ਼ਨ ਦਾ, ਆਪਣਾ ਟੈਲੀਵਿਜ਼ਨ ਦਾ ਕੋਈ ਹਿੱਸਾ ਨਹੀਂ ਹੈ, ਅਸੀਂ ਕਿਸੇ ਪਰਸਨਲ ਓਪੀਨੀਅਨ ਦੇ ਉਹਨੂੰ ਸਪੋਰਟ ਨਹੀਂ ਕਰਦੇ, ਅਸੀਂ ਨਿਊਟਰਲ ਪਲੇ ਕਰਨੇ ਆ, ਤੇ ਯੂ ਆਰ ਦ ਬੈਸਟ ਜੱਜ। ਹੁਣ ਆਈ ਹੈਵ ਮਿਸਟਰ ਖੜਕ ਸਿੰਘ ਹੀਅਰ, ਕਿਉਂਕਿ ਇਹ ਸਭ ਤੋਂ ਇੰਪੋਰਟੈਂਟ ਆਦਮੀ ਨੇ ਡਿਊਰਿੰਗ ਦਿਸ COVID-19. ਹੀ ਵਾਜ਼ ਸਟਕ ਇਨ ਇੰਡੀਆ. I have to talk to him about his experience in India, what happened, and how long he had to wait, and how he struggled to come here. That will be good for you, good for me, and good for everybody. ਹਾਂਜੀ, ਤੁਸੀਂ ਇੰਡੀਆ ਕਦੋਂ ਗਏ ਸੀਗੇ? ਮੈਂ 21 ਜਨਵਰੀ ਨੂੰ ਇੰਡੀਆ ਪਹੁੰਚਿਆ ਸੀ ਜੀ। ਅੱਛਾ, ਤੇ ਵਾਪਸ ਆਉਂਦਾ ਕਦੋਂ ਪ੍ਰੋਗਰਾਮ ਸੀ ਤੁਹਾਡਾ? ਪ੍ਰੋਗਰਾਮ ਮੇਰਾ 24 ਫੈਬਰਵਰੀ ਦਾ ਸੀਗਾ। ਅੱਛਾ, ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਮੈਂ ਆਪਣੇ ਫਾਦਰ ਸਾਹਿਬ ਨੂੰ, ਮੇਰੇ ਫਾਦਰ ਸਾਹਿਬ 95 ਸੀਗੇ, ਉਹ ਉਹਨਾਂ ਦੀ ਇੱਕ ਤਮੰਨਾ ਸੀ ਵੀ ਮੈਂ ਇੰਡੀਆ ਜਾਣਾ, ਤੇ ਮੈਂ ਉਹਨਾਂ ਨੂੰ ਲੈ ਗਿਆ ਸੀਗਾ ਵਿਦਆਊਟ ਨੋਇੰਗ ਕਿ ਵੀ ਇਹੀ ਜਿਹਾ ਵੀ ਕੁਝ ਹੋ ਸਕਦਾ ਆ। ਤੇ ਉਹ 4 ਹਫ਼ਤੇ ਦਾ ਸਾਡਾ ਪਲਾਨ ਸੀਗਾ, ਲੇਕਿਨ ਉਹਨੂੰ ਥੋੜ੍ਹਾ ਵਧਾ ਕੇ ਡੈਡ ਕਹਿੰਦੇ ਵੀ ਤੁਸੀਂ ਥੋੜ੍ਹਾ ਜਿਹਾ ਹੋਰ ਵਧਾ ਲਓ, ਤਾਂ ਮੈਂ 4 ਹਫ਼ਤੇ ਹੋਰ ਵਧਾ ਲਿਆ। ਸੋ ਸਾਡੀ ਵਾਪਸੀ 24 ਮਾਰਚ ਦੀ ਸੀਗੀ। ਇਹ ਲੋਕਡਾਊਨ 19 ਤਰੀਕ ਨੂੰ ਵਿਦਆਊਟ ਗਿਵਨ 48 ਆਵਰਸ ਦਾ ਨੋਟਿਸ ਦਿੱਤਾ ਸੀਗਾ ਸਰਕਾਰ ਨੇ, ਤੇ ਉੱਥੇ ਇੰਡੀਆ 'ਚ ਵੀ ਇੱਦਾਂ ਹੀ ਹੋਇਆ। ਸਾਰੇ ਏਅਰਪੋਰਟਸ ਬੰਦ ਹੋ ਗਏ, ਏਅਰਲਾਈਨਸ ਬੰਦ ਹੋ ਗਈਆਂ। ਫਿਰ ਸਾਡੇ ਕੋਲ ਕੋਈ ਚਾਰਾ ਹੀ ਨਹੀਂ ਸੀਗਾ, ਬੇਸਿਕਲੀ ਸਾਰਾ ਵਰਲਡ ਹੀ ਇਨ ਅ ਸੇਮ ਬੋਟ ਸੀਗਾ, ਤੇ ਅਸੀਂ ਵੀ ਉੱਥੇ ਸਟਕ ਹੋ ਗਏ। the whole world was stuck. ਹਾਂ, ਹੋਲ ਵਰਲਡ ਵਾਸ ਸਟਕ। ਉਸ ਤੋਂ ਬਾਅਦ ਫਿਰ ਆਈ ਮੀਨ ਮੈਂ ਤਾਂ ਆਪਣੇ ਘਰੇ ਸੀਗਾ, ਪਰਸਨਲੀ ਮੈਨੂੰ ਕੋਈ ਇਸ਼ੂ ਨਹੀਂ ਸੀ ਕੋਈ ਵੱਡਾ, ਪਰ ਲੇਕਿਨ ਮੇਰੀ ਫੈਮਿਲੀ ਤੇ ਮੇਰੇ ਬੱਚੇ ਇੱਥੇ ਸੀਗੇ। ਐਜ਼ ਯੂ ਨੋ ਆਈ ਓਨ ਅ 4 ਸਕੁਅਰ, ਤੇ ਉਹ ਇੱਥੇ ਫਰੰਟ ਲਾਈਨ 'ਤੇ ਕੰਮ ਕਰ ਰਹੇ ਸੀਗੇ। ਸੋ ਮੈਨੂੰ ਵਰੀ ਸੀਗੀ ਵੀ ਉੱਥੇ ਉਹਨਾਂ ਨੂੰ ਕੁਛ ਨਾ ਹੋ ਜਾਏ ਤੇ ਇੱਥੇ ਡੈਡ ਨੂੰ ਕੁਛ ਨਾ ਹੋ ਜਾਏ। ਸੋ ਮੈਂ ਦੋਨੇ ਪਾਸੇ ਵਰਡ ਸੀਗਾ। ਡੈਡ ਦੀ ਉਮਰ ਦੇ ਹਿਸਾਬ ਨਾਲ ਉੱਥੇ ਜਿਸ ਤਰ੍ਹਾਂ ਡਰ ਲੱਗ ਰਿਹਾ ਸੀਗਾ। ਜੀ ਹਾਂ, that must be very hard for you. ਵੈਰੀ ਹਾਰਡ। ਸੋ ਸਟ੍ਰੈਸਫੁਲ ਟਾਈਮ ਸੀਗਾ। ਫਿਰ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਫਿਰ ਨਿਊਜ਼ ਆਉਣੀਆਂ ਸ਼ੁਰੂ ਹੋ ਗਈਆਂ ਬਈ ਜ਼ਿਆਦਾ ਖਤਰਨਾਕ ਹੋ ਰਿਹਾ ਕੰਮ। ਦੈਨ ਦਾ ਐਂਗਜ਼ਾਈਟੀ ਕਿਕਡ ਇਨ ਕਿ ਵੀ ਹੋਰ ਥੋੜ੍ਹੀ ਜਿਹੀ ਅਨਕੰਫਰਟੇਬਲਨੈਸ ਮਹਿਸੂਸ ਹੋਈ। ਫਿਰ ਮੈਂ ਥੋੜ੍ਹਾ ਜਿਹਾ ਐਜ਼ ਯੂ ਨੋ ਮੈਂ ਲੇਬਰ ਪਾਰਟੀ ਦੇ ਨਾਲ ਐਫੀਲੀਏਟਡ ਆ, ਉਹਨਾਂ ਦਾ ਮੈਂਬਰ ਆ। ਸੋ ਮੈਂ 1-2 MPs ਨੂੰ ਪਰਸਨਲ ਲੈਵਲ 'ਤੇ ਟੈਕਸਟ ਮੈਸੇਜ ਜਾਂ ਈਮੇਲਸ ਕੀਤੀਆਂ ਵੀ ਇੱਦਾਂ ਕਰਕੇ ਸਿਚੁਏਸ਼ਨ ਇਜ਼। ਉਹਨਾਂ ਦਾ ਜਿਹੜਾ ਜਵਾਬ ਸੀ, ਮੈਂ ਤੁਹਾਡੇ ਨਾਲ ਬਿਲਕੁਲ ਸੱਚ ਬੋਲਾਂਗਾ, ਉਹ ਸੈਟਿਸਫੈਕਟਰੀ ਨਹੀਂ ਸੀ ਮੇਰੇ ਪ੍ਰਤੀ, ਕਿਉਂਕਿ ਮੈਂ ਉੱਥੇ ਬੈਠਾ ਸੀਗਾ। ਸੋ ਉਹ ਮੈਨੂੰ ਕੁਛ ਹੋਰ ਦੱਸ ਰਹੇ ਸੀ, ਮੈਂ ਉੱਥੇ ਬੈਠਾ ਕੁਛ ਹੋਰ ਰਿਅਲਾਈਜ਼ ਕਰ ਰਿਹਾ ਸੀਗਾ। ਇਨ ਦਾ ਐਂਡ ਉੱਥੇ ਕੈਨੇਡਾ ਵਾਲੇ ਆਪਦੇ ਸਿਟੀਜ਼ਨਸ ਨੂੰ ਲੈ ਗਏ, US ਵਾਲੇ ਆਪਣੇ ਨੂੰ ਲੈ ਗਏ, ਯੂਰਪ ਵਾਲੇ ਆਪਣੇ ਨੂੰ ਲੈ ਗਏ। ਅਤੇ ਜਦੋਂ ਅਸੀਂ ਕੀਵੀਜ਼ ਦੀ ਵਾਰੀ ਜਾਂ ਨਿਊਜ਼ੀਲੈਂਡਰਸ ਦੀ ਵਾਰੀ ਆ ਰਹੀ ਸੀ ਕਿ ਮੈਂ ਇਕੱਲਾ ਹੀ ਨਹੀਂ ਸੀ ਸਟਕ ਉੱਥੇ, ਹੋਰ ਵੀ ਜਿੰਨੇ ਵੀ ਟੂਰਿਸਟ ਆਪਣੇ ਨਿਊਜ਼ੀਲੈਂਡ ਕਮਿਊਨਿਟੀ ਦੇ ਗਏ ਹੋਏ ਸੀਗੇ, ਦੇ ਵਰ ਸਟਕ ਇਨ ਵਿਸ਼ਾਖਾਪਟਨਮ, ਬੈਂਗਲੌਰ, ਜੈਪੁਰ, ਰਾਜਸਥਾਨ, ਜਿਹੜੇ ਕਿ ਹੌਲੀਡੇਜ਼ 'ਤੇ ਜਾਂਦੇ ਨੇ, ਉਹ ਵੀ ਸਟਕ ਹੋਏ ਪਏ ਸੀਗੇ ਉੱਥੇ। ਤੁਸੀਂ ਦੇਖਿਆ ਇੱਥੇ ਨਿਊਜ਼ੀਲੈਂਡ ਦੇ ਵਿੱਚ ਕੋਈ 10-15 ਹਜ਼ਾਰ ਜਰਮਨ ਸੀਗੇ। ਜੀ ਉਹਨਾਂ ਨੇ ਲੁਫਥਾਂਜ਼ਾ ਨੇ ਫਲਾਈਟਾਂ ਆਪਣੀਆਂ A380 ਲਾਤੀ, ਤੇ ਉਹ ਸਾਰਿਆਂ ਨੂੰ ਕੱਢ ਕੇ ਲੈ ਗਏ। That was the most efficient operation anybody could do. ਤੁਸੀਂ ਹੁਣ ਮੇਰੀ ਹਾਸਾ ਤਾਂ ਲੈ ਕੇ ਗਿਆ। ਸੋ ਦੈਟ ਵਾਜ਼ ਮਾਈ ਸਟਾਰਟ ਆਫ ਦਾ ਵਾਰ ਵਿਦ ਦ ਗਵਰਨਮੈਂਟ। ਰਾਈਟ। ਸੋ ਜਦੋਂ ਮੈਂ ਮਾਰਜਾ ਲੂ ਬੈਂਕ ਹੈਗੀ ਹੈ ਇੱਥੇ ਬੰਗਪੁਰ ਦੀ, ਸ਼ੀ ਇਜ਼ ਐਨ MP ਫਰੋਮ ਡੱਚ।
ਸੋ ਉਹਦੀ ਮੈਂ ਪੋਸਟ ਉਹਨੇ ਜਦੋਂ ਮੈਨੂੰ ਪੜ੍ਹੀ ਤੇ ਮੈਂ ਉਹਨਾਂ ਨੂੰ, ਕਿਉਂਕਿ ਉਸ ਤੋਂ ਪਹਿਲਾਂ 2-3 ਦਿਨ ਪਹਿਲਾਂ ਮੇਰੀ ਚੱਲ ਰਹੀ ਸੀ ਕਨਵਰਸੇਸ਼ਨ ਆਪਣੇ ਰਿਪਰੈਜ਼ੈਂਟੇਟਿਵਸ ਨਾਲ, ਤੇ ਉਹ ਸੈਟਿਸਫੈਕਟਰੀ ਆਨਸਰ ਨਹੀਂ ਦੇ ਰਹੀ ਸੀ, ਤੇ ਮੈਂ ਉਹਨਾਂ ਨੂੰ ਕਾਊਂਟਰ ਕੁਐਸਚਨ ਕਰ ਰਿਹਾ ਸੀਗਾ ਵੀ ਜੋ ਤੁਸੀਂ ਮੈਨੂੰ ਦੇ ਰਹੇ ਹੋ ਉਹ ਠੀਕ ਨਹੀਂ ਹੈ। ਤੇ ਜਦੋਂ ਤੁਸੀਂ ਕਿਹਾ ਵੀ ਉਹ ਹਾਲੈਂਡ ਦੇ 1000 ਬੰਦਾ 1300 ਬੰਦਾ ਲੈ ਗਏ, 2 ਫਲਾਈਟਸ ਆਈਆਂ, ਜਰਮਨਸ ਆਏ ਸਪੈਸ਼ਲ ਫਲਾਈਟਾਂ। ਹਾਂ 8 ਫਲਾਈਟਾਂ, ਤੇ ਹਾਲੈਂਡ ਤੋਂ ਵੀ ਆਈਆਂ 2 ਫਲਾਈਟਸ, ਹਾਂ, 2 ਹਾਂ ਲਫਤਾਂਜ਼ਾ ਦੀਆਂ, ਆਈ ਥਿੰਕ ਉੱਥੋਂ ਲੈ ਕੇ ਆਏ। ਤੇ ਉਹ ਜਦੋਂ ਆਏ ਤਾਂ ਮੈਂ ਸੋਚਿਆ ਵੀ ਇੰਨਾ ਕੁਛ ਸਰਕਾਰ ਕਰਦੀ ਪਈ ਆ, ਜਿਹੜੇ ਇੱਥੇ ਉਹਨਾਂ ਦੇ ਰਿਪਰੈਜ਼ੈਂਟੇਟਿਵਸ ਨੇ, ਮੈਂਬਰ ਆਫ ਪਾਰਲੀਮੈਂਟਸ ਨੇ, ਉਹ ਆਪਣੀ ਕਮਿਊਨਿਟੀ ਲਈ ਕਿੰਨਾ ਕੰਮ ਕਰ ਰਹੇ, ਤੇ ਸਾਡੀ ਕਮਿਊਨਿਟੀ ਲਈ ਵੀ ਜਿੰਨੇ ਵੀ ਅਸੀਂ ਇੱਥੇ ਸਟਾਕ ਆ ਉਹਨਾਂ ਦੇ ਲਈ ਵੀ ਐਫਰਟ ਹੋਣੀ ਬਹੁਤ ਜ਼ਰੂਰੀ ਆ। ਸੋ ਮੇਰਾ ਇਹ ਇੱਕ ਸੁਭਾਵਕ ਸੀਗਾ ਵੀ ਇੱਦਾਂ ਵੀ ਹੋਣਾ ਚਾਹੀਦਾ। ਜਦੋਂ ਫਿਰ ਮੈਨੂੰ ਨਹੀਂ ਸੈਟਿਸਫੈਕਟਰੀ ਲੱਗਿਆ ਤਾਂ ਫਿਰ ਦੈਨ ਐਜ਼ ਯੂ ਨੋ ਮੇਰੀ ਵੀ ਨੇਚਰ ਥੋੜ੍ਹੀ ਹੈਗੀ ਹੈ ਸਟਰੋਂਗ ਹੈਡਡ, ਕਿ ਵੀ ਨਹੀਂ ਜੇ ਇਹ ਨਹੀਂ ਕਰਦੇ ਤਾਂ ਆਪਾਂ ਆਪ ਹੀ ਕਰ ਲਓ, ਥੋੜਾ ਜਿਹਾ ਅਗਰੈਸਿਵ ਹੋ ਜਾਈਦਾ ਫਿਰ ਆਪਾਂ ਵੀ ਆਪਾਂ ਬਿਕੋਜ਼ ਆਫ ਆਵਰ ਐਜੂਕੇਸ਼ਨ ਟੈਲਸ ਅਸ ਕਿ ਵੀ ਵੀ ਕੈਨ ਡੂ ਇਟ ਯੂ ਨੋ। ਫਿਰ ਉਸ ਤੋਂ ਥੋੜ੍ਹੀ ਜਾਣਕਾਰੀ ਲਈ ਮੇਰਾ ਖਿਆਲ ਮੈਂ ਅੱਜ ਪਹਿਲੀ ਵਾਰੀ ਇਸ ਕੈਮਰੇ ਦੇ ਪ੍ਰਤੀ ਦੱਸ ਰਿਹਾ। ਤੇ ਫਿਰ ਡਾਕਟਰ ਵਿਰਕ ਨੇ ਮੈਲਬਨ ਦੇ ਉਹ ਸਪੈਸ਼ਲ ਚਾਰਟਰ ਪਲੇਨਸ ਕਰ ਰਹੇ ਸੀਗੇ ਦਿੱਲੀ ਟੂ ਮੈਲਬਨ, ਐਂਡ ਹੀ ਇਜ਼ ਵੈਰੀ ਗੁੱਡ ਫਰੈਂਡ ਆਫ ਮਾਈਨ। ਅੱਛਾ। ਤੇ ਮੈਂ ਉਹਨਾਂ ਨਾਲ ਰਾਬਤਾ ਬਣਾ ਕੇ ਆਇਆ। ਮੈਂ ਕਿਹਾ ਵੀ ਡਾਕਟਰ ਸਾਹਿਬ ਵੀ ਇੱਦਾਂ ਸੀ, ਕਹਿੰਦਾ ਭਾਜੀ ਇੱਦਾਂ ਕਰਕੇ ਉਹਨਾਂ ਨੇ ਮੈਨੂੰ ਇਹ ਆਫਰ ਕੀਤੀ ਵੀ ਤੁਸੀਂ ਆਪਣੀ ਨਿਊਜ਼ੀਲੈਂਡ ਸਰਕਾਰ ਤੋਂ ਪਰਮਿਸ਼ਨ ਲੈ ਲਓ, ਲੈਂਡਿੰਗ ਪਰਮਿਸ਼ਨ, ਤੇ ਅਸੀਂ ਬਾਕੀ ਸਾਰਾ ਕੰਮ ਕਰ ਲਾਂਗੇ। ਤੇ ਇੰਡੀਆ ਦੀ ਪਰਮਿਸ਼ਨਸ ਤੇ ਉੱਥੇ ਲੋਕਲ ਪਰਮਿਸ਼ਨਸ, ਉੱਥੇ ਮੈਂ ਬੈਠਾ ਸੀਗਾ, ਮੇਰੇ ਵੀ ਪੋਲੀਟੀਕਲ ਕਾਫੀ ਸਟਰੋਂਗ ਰਿਲੇਸ਼ਨਸ ਹੈਗੇ ਨੇ। ਦੈਨ ਉਹਦੇ ਵਿੱਚ ਹੀ ਫਿਰ ਮੈਂ ਇੱਕ ਮੈਂ ਨਾਮ ਨਹੀਂ ਲੈਣਾ ਪਸੰਦ ਕਰੂੰਗਾ ਬਿਕੋਜ਼ ਇਟ ਇਜ਼ ਅ ਪ੍ਰਾਈਵੇਸੀ ਮੈਟਰ, ਇੱਕ ਹੋਰ ਕਾਫੀ ਪਾਵਰਫੁਲ ਬੰਦੇ ਦੀ ਮੈਂ ਸਪੋਰਟ ਲਿੱਤੀ, ਤੇ ਉਹਨਾਂ ਨਾਲ ਅਸੀਂ ਕਾਨਫਰੰਸ ਕਾਲ ਕਰਕੇ ਅਸੀਂ ਈਮੇਲ ਪਾਈ ਫਿਰ ਮਿਨਿਸਟਰੀ ਐਮਫੈਟ ਨੂੰ ਤੇ ਦਿੱਲੀ ਹਾਈ ਕਮਿਸ਼ਨ ਨੂੰ ਵੀ ਸਾਡੇ ਕੋਲ ਇਹ ਟੈਂਪਲੇਟ ਹੈਗਾ ਆਸਟ੍ਰੇਲੀਆ ਵਾਲਾ, ਤੇ ਅਸੀਂ ਇਹੀ ਟੈਂਪਲੇਟ ਯੂਜ਼ ਕਰਕੇ ਅਸੀਂ ਇੱਥੋਂ ਦਿੱਲੀ ਤੋਂ ਡਾਇਰੈਕਟ ਫਲਾਈਟ ਨਿਊਜ਼ੀਲੈਂਡ ਲਿਜਾ ਸਕਦੇ ਹਾਂ, ਪਲੀਜ਼ ਸਾਡੀ ਕੰਸੀਡਰ ਕੀਤੀ ਜਾਵੇ ਰਿਕੁਐਸਟ। ਤੇ ਉਹਦੇ ਵਿੱਚ ਇਹ ਲਿਖਿਆ ਗਿਆ ਵੀ ਖੜਕ ਸਿੰਘ ਵਿਲ ਡੂ ਆਲ ਦ ਸਪੇਡ ਵਰਕ, ਸੋ ਵਿਚ ਆਈ ਵਾਸ ਰੈਡੀ ਟੂ ਡੂ। ਉਸ ਤੋਂ ਬਾਅਦ ਫਿਰ ਦੈਨ ਓਬਵੀਅਸਲੀ ਮੈਨੂੰ ਲੱਗਦਾ ਵੀ 24 ਘੰਟੇ ਨਹੀਂ ਟੱਪੇ ਤੇ ਨਿਊਜ਼ੀਲੈਂਡ ਗਵਰਨਮੈਂਟ ਨੇ ਡਿਸੀਜਨ ਲੈ ਲਿਆ ਬਈ ਤੁਹਾਡੇ ਲਈ ਅਸੀਂ 3 ਸਪੈਸ਼ਲ ਫਲਾਈਟਸ ਇੰਡੀਆ ਭੇਜ ਰਹੇ ਹਾਂ। ਕਿੰਨੇ ਬੰਦੇ ਸਟਕ ਸੀਗੇ ਇੰਡੀਆ 'ਚ? ਉਸ 3 ਫਲਾਈਟਾਂ ਦੇ ਵਿੱਚ ਖਾਨ ਸਾਹਿਬ 721 ਬੰਦੇ ਆਏ, ਤੇ ਹਲੇ ਵੀ ਮੇਰੇ ਹਿਸਾਬ ਦੇ ਨਾਲ 2000 ਬੰਦਾ ਉੱਥੇ। 2000? ਹਾਂਜੀ, ਹਲੇ ਵੀ ਮੇਰਾ ਕੋਵਿਡ-19 ਪੇਜ ਹੈਗਾ ਜਿੱਥੇ ਕਿ ਮੈਂ ਹਲੇ ਵੀ ਉਹਨਾਂ ਦੇ ਨਾਲ ਰਾਬਤਾ ਬਣਾਇਆ ਹੋਇਆ। ਹੁਣ ਉਹ ਏਅਰ ਇੰਡੀਆ ਨੂੰ ਜਿਹੜੀ ਡਾਇਰੈਕਟ ਫਲਾਈਟਸ ਇੱਥੇ ਆ ਰਹੀਆਂ ਨੇ ਉਹਨਾਂ ਦੇ ਵਿੱਚ ਮਿਨਿਸਟਰੀ ਆਫ ਆਪਣੀ ਐਮਫੈਟ ਉਹਨਾਂ ਦੇ ਨਾਲ MEA ਦੇ ਨਾਲ ਰਿਲੇਸ਼ਨ ਦੇ ਵਿੱਚ ਲੈ ਕੇ ਉਹਨਾਂ ਨੂੰ ਉੱਥੋਂ ਲੈ ਕੇ ਆ ਰਹੇ ਹੈ। ਪਿਛਲੀ ਫਲਾਈਟ ਦੇ ਵਿੱਚ ਇਫ ਆਈ ਐਮ ਨੋਟ ਰੋਂਗ 170 ਪਲੱਸ ਮੇਬੀ 200 ਪਲੱਸ ਉਹ ਇੰਡੀਅਨਸ ਆਪਣੇ ਕੀਵੀਜ਼ ਉੱਥੋਂ ਲੈ ਆਏ ਏਅਰ ਇੰਡੀਆ ਵਾਲੇ। I've been told 174. ਹਾਂ ਰਾਈਟ 174 ਆਈ ਥਿੰਕ ਜਿਹੜੇ 174 ਹੈ ਜਿਹੜੇ ਉਹ ਗਏ ਨੇ। ਅੱਛਾ, ਪਤਾ ਨਹੀਂ ਜਿਹੜੇ ਉੱਥੋਂ ਆਏ। ਹਾਂ ਚਲੋ, ਲੇਕਿਨ ਇੱਕ ਇਨਸੈਂਟਿਵ ਇਹ ਮਿਲਿਆ ਕਿ ਹੁਣ ਏਅਰ ਇੰਡੀਆ ਇਜ਼ ਥਿੰਕਿੰਗ ਟੂ ਹੈਵ ਅ ਫਲਾਈਟ ਟੂ ਨਿਊਜ਼ੀਲੈਂਡ ਡਾਇਰੈਕਟ। ਹਾਂ ਮੈਂ ਤੁਹਾਨੂੰ ਇਹ ਵੀ ਦੱਸਣ ਲੱਗਿਆ ਸੀ That's the big incentive which they have got. 100% both ways. Both ways. This was the first time Air New Zealand went to India direct, and from there direct back to Auckland. Yes. And that is the best flight I ever had. The Air India ever in history landed in New Zealand first time. 100% direct flight. That credit goes to you. ਨਹੀਂ ਮੈਂ ਨਹੀਂ ਲਊਂਗਾ, ਉਹ ਹਾਈ ਕਮਿਸ਼ਨ ਤੇ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੂੰ ਦਵਾਂਗੇ ਆਪਾਂ ਉਹ The ਕ੍ਰੈਡਿਟ। performance of the Indian High Commission in New Zealand has been excellent as well. ਹਾਂਜੀ ਉਹ they are appreciate ਕਰਨਾ ਚਾਹੀਦਾ। ਬਿਲਕੁਲ ਕਰਨਾ ਚਾਹੀਦਾ ਉਹਨਾਂ ਦਾ। ਦੇਖੋ ਆਪਣੀ ਨਿਊਜ਼ੀਲੈਂਡ ਗਵਰਨਮੈਂਟ ਦਾ ਵੀ ਮੈਂ ਧੰਨਵਾਦ ਕਰੂੰਗਾ, ਆਨਰੇਬਲ ਪ੍ਰਾਈਮ ਮਿਨਿਸਟਰ ਤੇ ਵਿੰਸਟਨ ਪੀਟਰ ਜੀ ਦਾ। ਐਟਲੀਸਟ ਉਹਨਾਂ ਨੇ ਕੰਸੀਡਰ ਕਰਕੇ ਸਾਡੀਆਂ 3 ਫਲਾਈਟਸ ਸਾਡੇ ਲਈ ਭੇਜੀਆਂ, ਅਸੀਂ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ। ਐਟ ਦਾ ਸੇਮ ਟੋਕਨ ਮੈਂ ਇਹੀ ਰਿਕੁਐਸਟ ਹੋਰ ਕਰਾਂਗਾ ਜਿਹੜੇ ਉੱਥੇ ਫਸੇ ਹੋਏ ਨੇ, ਹਲੇ ਤੱਕ ਕੋਈ ਸਾਊਥ 'ਚ ਫਲਾਈਟ ਨਹੀਂ ਗਈ। ਮੈਨੂੰ ਹੁਣ ਹੀ ਪਤਾ ਲੱਗਿਆ ਡੇ ਬਿਫੋਰ ਯੈਸਟਰਡੇ ਕਿ ਵੀ ਸਾਊਥ ਦੇ ਵਿੱਚ ਹੁਣ ਚਾਰਟਰ ਪਲੇਨ ਹੈ, ਕਾਪਾ 에ਅਰਲਾਈਨ ਸਮਥਿੰਗ ਲਾਈਕ ਦੈਟ, ਉਹਨਾਂ ਨੇ ਡੀਲ ਕੀਤੀ ਹੈ
ਮਿਨਿਸਟਰੀ ਆਫ ਫੈਟ ਨਾਲ, ਤੇ ਉਹ ਬੈਂਗਲੌਰ ਜਿੰਨੇ ਵੀ ਸਾਊਥ ਚੇਨਈ ਦੇ ਵਿੱਚ ਆਪਣੇ ਕੀਵੀਜ਼ ਫਸੇ ਹੋਏ ਨੇ, ਉਹ ਉਹਨਾਂ ਨੂੰ ਇੱਥੇ ਹੁਣ ਉਹ ਲੈ ਕੇ ਵਾਇਆ ਚਾਰਟਰ ਪਲੇਨਸ ਆਉਣਗੇ, ਬਿਕੋਜ਼ ਨੀਦਰ 에ਅਰ ਇੰਡੀਆ ਦਾ ਐਕਸੈਸ ਸੀਗਾ ਉਹਨਾਂ ਕੋਲ, ਨੀਦਰ ਜਿਹੜੀਆਂ 3 ਫਲਾਈਟ ਸੀ ਇੱਥੋਂ ਗਈਆਂ ਉਹਨਾਂ ਦਾ ਵੀ ਨਹੀਂ ਸੀਗਾ। ਤੇ ਮੈਨੂੰ ਇਹ ਥੋੜ੍ਹਾ ਸੈਡ ਫੀਲ ਹੋ ਰਿਹਾ ਕਿ ਵੀ ਅਸੀਂ 24 ਅਪ੍ਰੈਲ ਨੂੰ ਆ ਗਏ। ਇਹਨਾਂ ਦਾ ਕੇਸ ਮੈਂ ਉਦੋਂ ਦਾ ਫਾਈਟ ਕਰ ਰਿਹਾ ਸਾਊਥ ਵਾਲਿਆਂ ਦਾ, ਉਹ ਮੈਂ ਜ਼ਿਆਦਾ ਨਹੀਂ ਹੈਲਪ ਕਰ ਸਕਿਆ। ਅੱਜ ਕੱਲ੍ਹ ਤਾਂ ਕਮਿਊਨੀਕੇਸ਼ਨ ਬੜੀ ਈਜ਼ੀ ਹੈਗੀ ਹੈ, ਤੇ ਯੂ ਕੈਨ ਹੈਲਪ ਫਰਮ ਹੇਅਰ ਐਜ਼ ਵੈਲ। ਹਾਂਜੀ ਹਾਂਜੀ, ਤੇ ਉਹ ਵੀ ਆ ਜਾਣਗੇ ਇਸ ਪੇਸ਼ੈਂਸ ਹੈ, ਲੇਕਿਨ ਰਨ ਆਊਟ ਹੋ ਜਾਂਦੀ ਦੇਖੋ ਨਾ ਹੈ ਜਿਹੜੀ ਤੁਸੀਂ ਬੁਨਿਆਦ ਪਾਤੀ ਹੈ ਜੀ। you have established something ਜੀ, which was not there, that is true, that is and true. thank you very much for that, and I'm thank you on behalf of those people who were suffering in this time. Thank you so much. Anything else you want to say about this? ਹੁਣ ਇੰਨਾ ਹੀ ਹੈ ਜੀ, ਬਸ ਦੈਟਸ ਇਟ। ਲਾਈਕ ਆਈ ਸੈਡ, ਯੂ ਨੋ, ਆਈ ਵਿਸ਼ ਨਾਲ ਦੀ ਨਾਲ ਮੈਂ ਇਹ ਕਰਾਂਗਾ ਵੀ ਜਿਹੜੇ ਹੁਣ ਈਵਨ ਦੋ ਸਾਡੀ ਕੰਟਰੀ ਦੇ ਵਿੱਚ ਹੁਣ ਅਨਐਮਪਲੋਇਮੈਂਟ ਵਧੇਗੀ, ਨਿਊਜ਼ੀਲੈਂਡ ਦੇ ਵਿੱਚ ਵਧੇਗੀ, ਔਨ ਦਾ ਸੇਮ ਟੋਕਨ ਜਿਹੜੇ ਉੱਥੇ ਵਿਚਾਰੇ ਅਸੈਂਸ਼ੀਅਲ ਸਕਿੱਲਸ ਵੀਜ਼ਾ ਤੇ ਮਾਈਗ੍ਰੈਂਟ ਜਿਹੜੇ ਵੀਜ਼ਾ ਹੋਲਡਰਸ ਨੇ, ਜਿਨ੍ਹਾਂ ਦੇ ਵੈਲਿਡ ਵੀਜ਼ਾ ਸੀਗੇ ਜਦੋਂ ਉੱਥੇ ਗਏ ਨੇ, ਹੁਣ ਸਮ ਹਾਊ ਉਹ ਵਿਚਾਰੇ ਉੱਥੇ ਸਟਕ ਹੋਏ ਪਏ ਨੇ, ਐਂਡ ਹਾਲੇ ਉਹਨਾਂ ਦੇ ਲਈ ਕਾਫੀ ਜਿਹੜੀ ਆ ਉਹ ਫਿਊਚਰ ਉਹਨਾਂ ਦਾ ਡਾਰਕ ਭੰਬਲ ਭੂਸੇ 'ਚ ਜਿਹਨੂੰ ਕਹਿ ਦਿੰਦੇ ਆਪਾਂ, ਉਹਨਾਂ ਨੂੰ ਪਤਾ ਨਹੀਂ ਵਿਚਾਰਿਆਂ ਨੂੰ ਸਾਡਾ ਵੀਜ਼ਾ ਕੀ ਹੋਏਗਾ ਕੀ ਨਹੀਂ ਹੋਏਗਾ, ਕੋਈ ਮੈਰਿਡ ਕਪਲ ਹੈ ਜਾਂ ਨਹੀਂ ਹੈ। ਜਿਵੇਂ ਕਿ ਇਮੀਗ੍ਰੇਸ਼ਨ ਮਿਨਿਸਟਰ ਈਅਨ ਗੈਲਵੇ ਨੇ ਕਿਹਾ, ਜਾਂ ਪ੍ਰਾਈਮ ਮਿਨਿਸਟਰ ਆਪਣੇ ਜਸਟਿਨ ਆਰਡਰਨ ਨੇ ਇਹ ਆਸ਼ਵਾਸਨ ਦਿੱਤਾ ਕਿ ਵੀ ਅਸੀਂ ਉਹਨਾਂ ਨਾਲ ਸਲੋਲੀ ਵਰਕ ਕਰ ਰਹੇ ਹਾਂ, ਉਹਨਾਂ ਨੂੰ ਲੀਵਾਈ ਦੇ ਰਹੇ ਹਾਂ ਵੀ ਕਿਸੇ ਨੂੰ ਜਿਨ੍ਹਾਂ ਦਾ ਫੈਮਲੀਜ਼ ਬ੍ਰੇਕਅਪ ਹੋਈਆਂ ਉਹਨਾਂ ਨੂੰ ਇੱਥੇ ਲੈ ਆਈਏ ਪਹਿਲਾਂ। ਸੋ ਕੇਸ ਬਾਈ ਕੰਸੀਡਰ ਕਰ ਰਹੇ ਨੇ। On the same token, they are also looking at ਕਿ we going to have an unemployment big time here, so they are worried that obviously if they also come here, so I don't know what the situation is at the moment, it is not clear, ਪਰ ਮੈਂ ਆਪਣੇ ਵੱਲੋਂ ਜਿੰਨਾ ਵੀ ਤੁਹਾਨੂੰ ਇਹ ਦੱਸ ਰਿਹਾ ਖਾਨ ਸਾਹਿਬ ਵੀ ਜਿੰਨਾ ਕੋਸ਼ਿਸ਼ ਹੋਏਗੀ ਮੈਂ ਉਹ ਬੱਚਿਆਂ ਦੇ ਲਈ ਫਾਈਟ ਜ਼ਰੂਰ ਕਰਾਂਗਾ। Definitely. Congratulations. Well done. We'll take a break and see you in few seconds. Don't go away. Thank you. ਵੈਲਕਮ ਬੈਕ। ਰਾਜੀ, ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਸੀ ਜੀ ਕਿ ਤੁਸੀਂ ਇੰਡੀਆ 'ਚ ਸੀਗੇ ਜੀ, ਜਦੋਂ ਇਹ ਸਭ ਕੁਝ ਹੋਇਆ, ਤੇ ਤੁਸੀਂ ਇੰਨੀ ਐਫਰਟਸ ਕੀਤੀਆਂ, ਤੇ ਉਹਦੇ ਬਾਅਦ ਤੁਸੀਂ ਫਾਈਨਲੀ ਯੂ ਗੋਟ ਦਾ ਫਲਾਈਟਸ ਜੀ। ਦਿੱਲੀ ਏਅਰਪੋਰਟ 'ਤੇ ਜਿਹੜੇ ਮੰਜ਼ਰ ਸੀਗੇ ਉਹ ਅਸੀਂ ਮੁਖਤਲਿਫ ਚੀਜ਼ਾਂ 'ਚ ਦੇਖੇ, ਲੇਕਿਨ ਤੁਸੀਂ ਰਿਕਾਰਡਿੰਗ ਵੀ ਕੀਤੀ ਉਹਦੀ ਜੀ, ਤੇ ਵਿਲ ਸ਼ੋ ਦਾ ਆਡੀਅנס ਕਿ ਤੁਸੀਂ ਕੀ ਦੇਖਿਆ ਦਿੱਲੀ ਏਅਰਪੋਰਟ 'ਤੇ, ਤੇ ਉਹਦੇ ਵਿਲ ਸ਼ੋ ਯੂ ਦਾ ਵੀਡੀਓ ਔਨ ਦੈਟ ਵਨ ਜੀ, ਤੇ ਉਹ ਤੁਸੀਂ ਪਲੀਜ਼ ਸਾਡੇ ਨਾਲ ਸ਼ੇਅਰ ਕਰੋ। ਹਾਂ, ਮੈਂ ਤੁਹਾਨੂੰ ਦੱਸਾਂ ਵੀ ਜਦੋਂ ਅਸੀਂ ਏਅਰਪੋਰਟ ਤੇ ਪਹੁੰਚੇ ਤੇ ਐਜ਼ ਯੂ ਨੋ ਸਾਰਾ ਏਅਰਪੋਰਟ ਬੰਦ ਸੀ, ਰਾਈਟ। ਸੋ ਰਾਦਰ ਦੈਨ ਮੀ ਐਕਸਪਲੇਨਿੰਗ ਇਨ ਵਰਡਸ, ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗਾ ਤੇ ਤੁਸੀਂ ਆਪਦੇ ਦਰਸ਼ਕਾਂ ਨੂੰ ਤੁਸੀਂ ਆਪ ਹੀ ਵਿਖਾ ਲਿਆ ਜੇ। ਤੇ ਫਿਰ ਉਹਦੇ ਸ਼ਹਿਰ ਵੀ ਬੰਦ ਸੀ, ਤੇ ਟਰਾਂਸਪੋਰਟ ਕਿਸ ਤਰ੍ਹਾਂ ਕੀਤਾ ਸ਼ਹਿਰ ਤੋਂ ਏਅਰਪੋਰਟ? ਹਾਂਜੀ, ਉਹਦੇ ਵਿੱਚ ਸਾਨੂੰ ਜਿਹੜੀ ਐਮਬੈਸੀ ਨੇ ਬੱਸਿਸ ਆਰਗੇਨਾਈਜ਼ ਕੀਤੀਆਂ ਸੀ ਸਾਰੇ ਟਰੈਵਲਰਸ ਦੇ ਲਈ। ਹਾਂ, ਨਿਊਜ਼ੀਲੈਂਡ ਐਮਬੈਸੀ ਨੇ ਉਹਦੇ ਵਿੱਚ ਹਾਈ ਕਮਿਸ਼ਨ ਨੇ ਇੱਕ ਪਾਸ ਇਸ਼ੂ ਕੀਤਾ ਸੀ ਵਿਦ ਈਮੇਲ। ਸੋ ਉਹ ਬੇਸਿਕਲੀ ਤੁਹਾਡੇ ਘਰ ਤੋਂ ਬੱਸ ਸਟੇਸ਼ਨ ਤੱਕ ਦਾ ਤੁਹਾਨੂੰ ਰਾਹਗੀਰ ਜਿਹਨੂੰ ਕਹਿੰਦੇ ਨੇ ਰਾਹਦਾਰੀ ਉਹ ਮਿਲ ਗਈ ਸੀਗੀ। ਲੇਕਿਨ ਮੇਰੇ ਕੇਸ ਦੇ ਵਿੱਚ ਕਿਉਂਕਿ ਮੇਰੇ ਫਾਦਰ ਸਾਹਿਬ ਨਾਲ ਸੀਗੇ, ਸੋ ਮੈਂ ਐਡਮਿਨਿਸਟ੍ਰੇਸ਼ਨ ਤੋਂ ਈ ਪਾਸ ਲੈ ਲਿਆ ਸੀਗਾ ਸਪੈਸ਼ਲ। ਸੋ ਅਸੀਂ ਆਪਣੀ ਗੱਡੀ ਦੇ ਵਿੱਚ ਜਲੰਧਰ, ਚੰਡੀਗੜ੍ਹ ਤੇ ਦਿੱਲੀ ਅਸੀਂ ਆਪਣੀ ਗੱਡੀ 'ਚ ਆਏ ਸੀ। ਉਹਦੇ ਵਿੱਚ ਅਸੀਂ ਆਪਣੇ ਡਰਾਈਵਰ ਦਾ ਵੀ ਜਿਹੜਾ ਮਿਲ ਜਾਂਦਾ ਉੱਥੇ, ਬਟ ਕਿਉਂਕਿ ਉਹ ਜ਼ਿਆਦੀਆਂ ਗੱਡੀਆਂ ਨਹੀਂ ਚਾਹੁੰਦੇ ਸਨ, ਇਸ ਕਰਕੇ ਉਹਨਾਂ ਨੇ ਬੱਸਿਸ ਪ੍ਰੋਵਾਈਡ ਕੀਤੀਆਂ ਸੀ ਸਾਰਿਆਂ ਨੂੰ। सो इट वाज फैंटास्टिक, दैट वाज अ बेटर आइडिया। हाँ जी। सो वी सी हम इस वीडियो देखते हैं जिसमें खड़क सिंह साहब ने हिंदुस्तान में दिल्ली एयरपोर्ट का मंजर आपको दिखाया है।
So guys, finally we are checking in. All the passengers are lined up. बस एक मिनट वीडियो बना लो. People are ready to go. Lucky, thanks to New Zealand. So we are on the way. Thank you. See ya. Thank you so much. We are going home. ਤੁਹਾਡਾ ਬਹੁਤ ਧੰਨਵਾਦ ਸਾਡੇ ਨਾਲ ਤੁਸੀਂ ਵਕਤ ਗੁਜ਼ਾਰਿਆ ਸਾਡੀਆਂ ਗੁਜ਼ਾਰਿਸ਼ਾਂ ਤੁਸੀਂ ਸੁਣੀਆਂ Today I pay tribute to Right Honourable Jacinda Ardern, the leaders of the opposition and the members of the parliament who struggled to help us come back home. Thank you very much. And I salute the 5.1 million New Zealanders to win the war against the COVID-19. Thank you. See you next week.